ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਬਗਦਾਦ ਫੇਰੀ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚੌਥਾ। ਕੁਝ ਚਿਰ ਮਗਰੋਂ ਸਤਿਗੁਰੂ ਜੀ ਦੇ ਇਲਾਹੀ ਨੈਣ ਖੁੱਲੇ, ਜੋ ਰੱਬੀ ਪਿਆਰ ਨਾਲ ਡੁੱਲ ਡੁੱਲ ਪੈ ਰਹੇ ਸਨ। ਪੀਰ ਨੇ ਨੈਣ ਡਿੱਠੇ, ਇੱਕ ਝਰਨਾਟ ਸਰੀਰ ਵਿੱਚੋਂ ਲੰਘੀ। ਕਾਲਜੇ ਵਿੱਚ ਕੁਛ ਹੋਇਆ, ਆਪਣੇ ਨੈਣ ਨੀਵੇਂ ਕਰ ਲਏ। ਦਿਲ ਨੇ ਕਿਹਾ, ਇਸ ਦੇ ਨੈਣ ਪਿੱਛੇ ਗੈਬ ਨਾਲ ਲੱਗੇ ਹੋਏ ਹਨ, ਕਿਹੀ ਰਸੀਲੀ ਨਜ਼ਰ ਹੈ। ਪਰ ਇਹ ਅਸਾਂ ਵਾਂਗੂ ਸ਼ਰਅ ਫਿਕਾ ਵਿੱਚ ਬੱਝਾ ਮੋਮਨ ਕਿਉਂ ਨਹੀਂ। ਪਰ ਆਖਾਂ ਕੀ, ਰਾਗ ਪਰ ਜੋ ਗੱਲਾਂ ਕੀਤੀਆਂ ਹੈ ਨੇ, ਕਾਟ ਕਰਦੀਆਂ ਹਨ। ਕੋਈ ਗੱਲ ਕਿਸੇ ਨੂੰ ਦੁਖਾਵੀਂ ਨਹੀਂ ਕਹਿੰਦਾ, ਫਿਰ ਸਾਰ ਬੋਲਦਾ ਹੈ, ਸਾਰ। ਅੱਛਾ, ਚੰਗਾ ਹੋਰ ਪਤਾ ਕਰੀਏ, ਦੂਸਰੇ ਅਸਚਰਜ ਦਾ ਹਾਲ ਸੁਣੀਏ। ਇਹ ਲੱਖਾਂ ਪਾਤਾਲ ਆਕਾਸ਼ ਗਏ ਹਨ, ਇਹਨਾਂ ਦਾ ਮਾਜਰਾ ਪੁੱਛੀਏ। ਕਿਵੇਂ ਬੋਲਦਾ ਹੈ, ਸੱਚ ਝੂਠ ਨੂੰ ਕਿਵੇਂ ਤੋਲਦਾ ਹੈ। ਤਾਂ ਪੀਰ ਨੇ ਕਿਹਾ, ਆਪ ਜੀ ਨੇ ਫਰਮਾਇਆ ਹੈ ਕਿ ਲੱਖਾਂ ਪਾਤਾਲ ਤੇ ਆਕਾਸ਼ ਹਨ, ਸੋ ਕਿਵੇਂ ਗੱਲ ਹੈ। ਸਾਡੇ ਤਾਂ 14 ਤਬਕੇ ਕਹੇ ਹਨ, 7 ਆਕਾਸ਼ 7 ਪਾਤਾਲ। ਤੁਸਾਂ ਨੇ ਕਿਵੇਂ ਲੱਖਾਂ ਦੀ ਗਿਣਤੀ ਆਖੀ ਹੈ। ਪੜ੍ਹੇ ਹੈ ਨੇ, ਤੱਕੇ ਹੈ ਨੇ ਕਿ ਅਨੁਮਾਨ ਲਾਇਆ ਹੈ ਨੇ। ਗੁਰੂ ਜੀ ਅਜੇ ਉਸੇ ਰੰਗ ਵਿੱਚ ਸਨ। ਕਦੇ ਨੈਣ ਖੁੱਲ੍ਹਦੇ ਸਨ, ਕਦੇ ਮਿਟਦੇ ਸਨ, ਕਦੇ ਝੁਕ ਝੁਕ ਪੈਂਦੇ ਸਨ। ਪ੍ਰਸ਼ਨ ਆਪ ਨੇ ਸੁਣ ਲਿਆ ਸੀ। ਪਹਿਲਾਂ ਤਾਂ ਨਾ ਬੋਲੇ, ਪਰ ਕੁਝ ਠਹਿਰ ਕੇ ਨੀ ਮਸਤ ਆਵਾਜ਼ ਵਿੱਚ ਬੋਲੇ। ਜਿਨ੍ਹਾਂ 14 ਡਿੱਠੇ ਹੋ ਸਨ, ਉਹਨਾਂ ਨੇ 14 ਦੀ ਖਬਰ ਦਿੱਤੀ। ਜਿਨ ਲੱਖਾਂ ਡਿੱਠੇ, ਉਸ ਲੱਖਾਂ ਹੀ ਕੂਕਣੇ ਹੋਏ। ਆਪੋ ਆਪਣੀ ਤੱਕ ਹੈ, ਇਸ ਵਿੱਚ ਝੇੜਾ ਕਾਹਦਾ। ਪੀਰ, ਅਸਾਂ ਨੂੰ ਕਿਉਂ ਨਹੀਂ ਦੀਦੇ। ਗੁਰੂ ਜੀ, ਕਈ ਮਨੁੱਖਾਂ ਦੀ ਨਜ਼ਰ ਤੇ ਹਿਸਾਬ 14 ਤਬਕੇ ਸਿਤਾਰਿਆਂ ਦੇ ਅਸਮਾਨਾਂ ਵਿੱਚ ਜਾਚਦੀ ਹੈ, ਪਰ ਰਚਨਾ ਪਰੇ ਤੋਂ ਪਰੇ ਹੈ। ਲੱਖਾਂ ਤਬਕੇ ਹਨ, ਉਹਨਾਂ ਵਿੱਚ ਕਰੋੜਾਂ ਅਰਬਾਂ ਤਾਰੇ ਸੂਰਜ ਚੰਦ ਹਨ, ਔਰ ਉਹ ਕਰੋੜਾਂ ਦਰ ਕਰੋੜਾਂ ਮੀਲ ਚੱਲਦੇ ਹਨ। ਪੀਰ ਜੀ, ਕਾਇਨਾਤ ਬੜੀ ਵੱਡੀ ਹੈ, ਪਰੇ ਤੋਂ ਪਰੇ ਹੈ। ਇਹ ਜੋ ਵਿੱਥ ਦਿਸਦੀ ਹੈ, ਜਿਸ ਦੇ ਉੱਪਰਲੇ ਭਾਸ ਰਹੇ ਪਾਸੇ ਨੂੰ ਅਸੀਂ ਆਕਾਸ਼ ਤੇ ਹੇਠਾਂ ਵੱਲ ਨੂੰ ਭਾਸ ਰਹੇ ਨੂੰ ਪਾਤਾਲ ਕਹਿੰਦੇ ਹਾਂ, ਪਰੇ ਤੋਂ ਪਰੇ ਹੈ। ਗਿਣਤੀ ਕੌਣ ਕਰ ਸਕਦਾ ਹੈ। ਰਚਣਹਾਰ ਆਪ ਆਪਣੀ ਕੀਤੀ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਅਸੀਂ ਮਨ ਵਾਲੇ ਹੋਣ ਕਰਕੇ ਬਹੁਤ ਕੁਝ ਜਾਂਚ ਪੜਤਾਲ ਸਕਦੇ ਹਾਂ, ਪਰ ਅੰਤ ਨਹੀਂ ਲੈ ਸਕਦੇ। ਸਾਰੀ ਵਿਆਖਿਆ ਨਹੀਂ ਜਾਣ ਸਕਦੇ। ਸਾਡੇ ਲਈ ਭਾਵੇਂ ਸ਼ੁਮਾਰ ਵਿੱਚ ਨਾ ਹੋਣ ਕਰਕੇ ਬੇਸ਼ੁਮਾਰ ਕਹੀ ਜਾਵੇ, ਪਰ ਇਹ ਨਾ ਸਮਝੋ ਕਿ ਇਹ ਕਾਇਨਾਤ ਅਸਲੋਂ ਬੇਸ਼ੁਮਾਰ ਹੈ। ਰਚਣਹਾਰ ਤੇ ਕਰਨਹਾਰ ਲਈ ਇਹ ਸ਼ੁਮਾਰ ਵਾਲੀ ਹੈ, ਅੰਤ ਵਾਲੀ ਹੈ। ਕੇਵਲ ਉਹ ਆਪ ਬੇਅੰਤ ਹੈ, ਅਨੰਤ ਹੈ ਤੇ ਬੇਸ਼ੁਮਾਰ ਹੈ। ਪੀਰ ਜੀ, ਇਹ ਕਿਵੇਂ ਹੈ। ਗੁਰੂ ਜੀ, ਸਾਡੇ ਲਈ ਇੰਨੀ ਵੱਡੀ ਤੇ ਦੂਰ ਦੂਰ ਹੈ ਕਿ ਅਸੀਂ ਇਸ ਨੂੰ ਬੇਸ਼ੁਮਾਰ ਬੇਅੰਤ ਕਹਿੰਦੇ ਹਾਂ, ਪਰ ਕਰਨਹਾਰ ਦੀ ਕੀਤੀ ਹੋਣ ਕਰਕੇ ਉਸ ਦੇ ਸਾਹਮਣੇ ਇਹ ਅੰਤ ਵਾਲੀ ਹੈ। ਜੇ ਤੁਸੀਂ ਇਸ ਨੂੰ ਉਸ ਦੇ ਤੁਲ ਬੇਅੰਤ ਅਨੰਤ ਕਹੋਗੇ ਤਾਂ 2 ਬੇਅੰਤ ਹੋ ਜਾਣਗੇ। 2 ਬੇਅੰਤ ਕਹਿਣੇ ਦੋਹਾਂ ਨੂੰ ਅੰਤ ਵਾਲੇ ਕਹਿਣ ਦੇ ਤੁਲ ਹੈ। ਪੀਰ ਜੀ, ਰੱਬ ਅਨੰਤ ਹੈ, ਕੇਵਲ ਉਹ ਬੇਸ਼ੁਮਾਰ ਹੈ। ਪੀਰ ਬੁੱਲ ਟੁੱਕ ਕੇ, ਠੀਕ ਠੀਕ ਠੀਕ, ਪਰ ਫਿਰ ਤੁਸਾਂ ਕਿਵੇਂ ਲੱਖਾਂ ਸਹੀ ਕੀਤੇ ਹਨ। ਗੁਰੂ ਜੀ, ਗਿਣਨਾ ਮਿਣਨਾ ਆਕਾਸ਼ਾਂ ਗ੍ਰਹਿਆਂ ਤਾਰਿਆਂ ਦਾ ਤਾਂ ਜੋਤਸ਼ੀਆਂ ਦਾ ਕੰਮ ਹੈ, ਫਕੀਰਾਂ ਦਾ ਕੰਮ ਨਹੀਂ। ਰਾਤ ਨੂੰ ਦਿਸਦੇ ਸਿਤਾਰੇ ਤੇ ਇਹਨਾਂ ਦੇ ਤਬਕਾ ਜਾਂ ਆਕਾਸ਼ਾਂ ਦੀ ਵੰਡ ਉਹਨਾਂ ਦੀ ਵਿਦਿਆ ਦਾ ਖਿੱਤਾ ਹੈ। ਸਾਡਾ ਕਿੱਤਾ ਰਚਣਹਾਰ ਦਾ ਪ੍ਰੇਮ ਹੈ। ਫਕੀਰਾਂ ਨੂੰ ਤਾਂ ਰਾਤ ਨੂੰ ਸਿਰ ਉੱਤੇ ਚਮਕਦੇ ਅਰਸ਼ ਵਿਸਮਾਤ ਦਾ ਰੰਗ ਲਾਉਂਦੇ ਹਨ। ਇਨਸਾਨ ਦੀ ਮਾਮੂਲੀ ਅੱਖ ਲਈ ਅਮਿਣਵੀਆਂ ਡੂੰਘਿਆਈਆਂ ਵਿੱਚ ਇਹਨਾਂ ਅਰਬਾਂ ਖਰਬਾਂ ਚਮਕਦੇ ਨੂਰੀ ਪਿੰਡਾਂ ਦਾ ਸਿਰ ਤਲਵਾਏ ਉੱਡਦੇ ਜਾਣਾ ਹਰਖ ਤੇ ਵਿਸਮਾਤ ਦਾ ਰੰਗ ਚਾੜਦਾ ਹੈ। ਜੋਤਸ਼ੀ ਇਹਨਾਂ ਨੂੰ ਗਿਣਦਾ ਮਿਣਦਾ ਹੈ, ਪਰ ਫਕੀਰ ਦੀ ਵਿਸਮਾਤ ਦ੍ਰਿਸ਼ਟੀ ਕਿਸੇ ਵੇਲੇ ਮਿੱਟੀ ਦੇ ਨੈਣ ਬੰਦ ਕਰਕੇ ਸਮਾਧੀ ਵਿੱਚ ਖੁੱਲ੍ਹਦੀ ਹੈ
ਤੇ ਜੇ ਤਦੋਂ ਆਕਾਸ਼ੀ ਜਿਉਤੀਆਂ ਵੱਲ ਜੁੜ ਬੈਠੇ ਤਾਂ ਕੋਈ ਡੂੰਘੇ ਨਜ਼ਰ ਵੱਜ ਜਾਂਦੇ ਹਨ। ਤਦੋਂ ਦਿਸਦਾ ਹੈ ਕਿ ਇਹ ਤਾਂ ਅਰਬਾਂ ਖਰਬਾਂ ਹਨ। ਜੋ ਹਿਸਾਬੀ 14 ਗਿਣ ਰਹੇ ਹਨ, ਕਦੇ 7 ਗਿਣਦੇ ਸਨ, ਹੁਣ 14 ਗਿਣਦੇ ਹਨ। ਕਦੇ ਹੋਰ ਅੱਗੇ ਵਧਣਗੇ। ਹਾਂ, ਫਕੀਰ ਨੂੰ ਰਾਤ ਦਾ ਗਗਨ ਮੰਡਲ ਵਿਸਮਾਦ ਰੰਗ ਦਿੰਦਾ ਹੈ ਤੇ ਕਦੇ ਸਹਿ ਸੁਭਾ ਜਾਗ ਪਏ। ਅੰਦਰਲੇ ਨੈਣ ਇੰਨੀ ਵਿਸ਼ਾਲਤਾ ਦਿਖਾਉਂਦੇ ਹਨ ਕਿ ਅਰਬਾਂ ਖਰਬਾਂ ਨੀਲਾਂ ਤੇ ਜਾ ਕੇ ਵੀ ਨਾ ਵਿਥਦੀ ਮਿਣਤੀ ਤੇ ਨਾ ਇਹਨਾਂ ਨੂਰੀ ਸ਼ਰੀਰਾਂ ਦੀ ਗਿਣਤੀ ਮੁੱਕਦੀ ਹੈ। ਫਕੀਰ ਦੀ ਆਪਣੀ ਇੱਛਾ ਨਾਲ ਜਾ ਰਹੀ ਦ੍ਰਿਸ਼ਟੀ ਤਾਂ ਅੰਦਰ ਨੂੰ ਜਾਂਦੀ ਹੈ ਤੇ ਉਹ ਰੂਪ ਦੇ ਦੇਸ਼ ਦੇ ਤਪਤੇ ਦੇਖਦੀ ਅਖੀਰ ਮਾਲਕ ਪਾਲਕ ਵਾਹਿਗੁਰੂ ਦੀ ਚਰਨ ਸ਼ਰਨ ਪਹੁੰਚਦੀ ਹੈ। ਉਹ ਲੋਕ ਹੋਰ ਹਨ ਤੇ ਉਹਨਾਂ ਦਾ ਅਨੁਭਵ ਫਾਈਲੀ ਹੈ। ਸਰੂਪ ਲਖਤਾ ਵਿੱਚ ਸਾਖੀ ਪੰਨੇ ਦੇ ਰਾਹ ਦੀਆਂ ਗੱਲਾਂ ਹਨ ਤੇ ਅਖੀਰ ਅੱਲਾ ਦਾ ਸਾਖਿਆਤਕਾਰ ਹੈ। ਪ੍ਰੇਮੀ ਪਿਆਰ ਦੇ ਪ੍ਰੇਮ ਰੰਗ ਵਿੱਚ ਹੁੰਦੇ ਹਨ। ਆਕਾਸ਼ ਮੰਡਲ ਦੇ ਜਾਂ ਵਿਥ ਮੰਡਲ ਦੇਸ਼ ਯਾਨੀ ਸਪੇਸ ਦੇ ਝਲਕੇ ਆਪੇ ਨੂੰ ਆਪੇ ਪਏ ਵੱਜਣ। ਉਹਨਾਂ ਨੇ ਗਿਣਤੀਆਂ ਵਿੱਚੋਂ ਕੀ ਕੱਢਣਾ ਹੈ, ਕਿਉਂਕਿ ਉਹਨਾਂ ਦਾ ਮਾਰਗ ਤਾਂ ਅਨੇਕਤਾ ਦੇ ਦੇਸ਼ ਤੋਂ ਏਕਤਾ ਵੱਲ ਜਾਣਦਾ ਹੈ। ਫੈਲਾਵ ਵਿੱਚੋਂ ਕੇਂਦਰ ਵੱਲ ਜਾਣਦਾ ਹੈ। ਖਿਲਾਰੇ ਲਮਾ ਚੌੜਾ ਉਚਾ ਵਿੱਚੋਂ ਨੁਕਤੇ ਤੇ ਅਪਣਦਾ ਹੈ। ਦ੍ਰਿਸ਼ਟਮਾਨ ਦੇ ਘੇਰੇ ਵਿੱਚੋਂ ਦ੍ਰਿਸ਼ਟਾ ਵੱਲ ਜਾਣਦਾ ਹੈ। ਪਰ ਹਾਂ, ਦ੍ਰਿਸ਼ਟਮਾਨ ਦੇ ਰੂਪ ਰੰਗ ਸੁਹਜ ਚਮਤਕਾਰ ਤੋਂ ਨੈਣ ਮੀਟਣੇ ਨਹੀਂ, ਪਰ ਉਸ ਤੋਂ ਵਿਸਮਾਦ ਦੀ ਛੋਹ ਲੈਣੀ ਹੈ। ਵਿਸਮਾਦ ਦੀ ਛੋਹ ਨਾਲ ਵੀ ਮਨ ਤੋਂ ਬੁੱਧੀ ਤੋਂ ਉਚੇਰੇ ਉਠੀਦਾ ਹੈ। ਦ੍ਰਿਸ਼ਟਮਾਨ ਦੇ ਜਲਵੇ, ਦ੍ਰਿਸ਼ਟਮਾਨ ਦੀ ਸੁੰਦਰਤਾ ਤ੍ਰਿਸ਼ਨਾ ਰਹਿਤ ਮਨਾਂ ਨੂੰ ਆਪੇ ਵਿੱਚ ਲੈ ਜਾਂਦੀਆਂ ਹਨ ਤੇ ਆਪਾ ਆਪੇ ਵਿੱਚੋਂ ਅਗੇਰੇ ਜਾ ਕੇ ਰਚਨਹਾਰ ਦੀ ਚਰਨ ਸ਼ਰਨ ਪ੍ਰਾਪਤ ਹੁੰਦਾ ਹੈ। ਵਿਸਮਾਦ ਦੇਖੈ ਹਾਜ਼ਰਾ ਹਜੂਰ। ਪੰਜਵਾਂ, ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ। ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਫੇਰ ਦੁਰਾਇਣ ਦਸਤਗੀਰ, ਅਸੀਂ ਵਿਵੇਖਾਂ ਜੇ ਤੋਏ ਪਾਈ। ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ। ਲੱਖ ਆਕਾਸ ਪਾਤਾਲ ਲਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਭਰ ਕਚਕੋਲ ਪ੍ਰਸ਼ਾਦ ਦਾ, ਤੁਰੋਂ ਪਤਾਲੋਂ ਲਈ ਕਢਾਈ। ਜ਼ਾਹਰ ਕਲਾ ਨਾ ਛਪੈ ਛਪਾਈ। ਪੀਰ ਹੁਣ ਅਚਰਜ ਤੋਂ ਅਚਰਜ ਵਿੱਚ ਜਾ ਰਿਹਾ ਸੀ। ਆਖਣ ਲੱਗਾ, ਹੇ ਗੁਰੂ ਨਾਨਕ, ਕੀ ਤੂੰ ਸਾਨੂੰ ਵੀ ਦਿਖਾ ਸਕਦਾ ਹੈ ਕਿ ਫਲਕ 14 ਨਹੀਂ ਪਰ ਲੱਖਾਂ ਹੀ ਹਨ। ਗੁਰੂ ਜੀ, ਜਦੋਂ ਜੋਤਸ਼ੀਆਂ ਦੇ ਹਿਸਾਬ ਤੇ ਨੈਣ ਹੋਰ ਵੱਡੇ ਹੋ ਜਾਣਗੇ ਉਹ ਦੱਸ ਸਕਣਗੇ। ਸਾਡਾ ਮਾਰਗ ਹੋਰ ਹੈ, ਉਹ ਲਿਵ ਦਾ ਮਾਰਗ ਹੈ। ਹਾਂ, ਉਹ ਇੱਕ ਤਰ੍ਹਾਂ ਧਿਆਨ ਮਾਰਗ ਹੈ। ਜੇ ਤੁਸੀਂ ਧਿਆਨ ਜੋੜੋਗੇ ਤਾਂ ਤੁਸੀਂ ਵੀ ਵੇਖ ਲਓਗੇ। ਪੀਰ ਦਾ ਪੁੱਤਰ ਪਾਸ ਬੈਠਾ ਸੀ। ਉਹ ਕੋਰੇ ਚਿੱਤ ਵਾਲਾ ਬਾਲਕ ਗੱਲਾਂ ਸੁਣ ਸੁਣ ਕੇ ਅਚਰਜ ਵਿੱਚ ਜਾ ਰਿਹਾ ਸੀ। ਪਿਓ ਦੀ ਗੱਲ ਸੁਣ ਕੇ ਕਹਿਣ ਲੱਗਾ, ਹੇ ਬਾਬਾ ਨਾਨਕ, ਇਹ ਝਲਕਾਂ ਮੈਨੂੰ ਦਿਖਾ। ਕਿਵੇਂ ਮੈਨੂੰ ਦਿਖਾ? ਪੀਰ, ਚੰਗਾ ਬਾਬਾ ਜੀ, ਉਹ ਸਾਡੇ ਬੇਟੇ ਦੀ ਸਿੱਖ ਕਾਲੀ ਹੈ, ਇਸੇ ਨੂੰ ਦਿਖਾਓ, ਸਾਡੀ ਨਿਸ਼ਾ ਹੋ ਜਾਏਗੀ। ਤਾਂ ਬਾਬੇ ਜੀ ਨੇ ਪੀਰ ਦੇ ਬੇਟੇ ਦਾ ਹੱਥ ਪਕੜ ਲਿਆ ਤੇ ਉਸਨੂੰ ਬਚਨ ਕੀਤਾ ਕਿ ਤੂੰ ਅੱਖੀਂ ਮੀਟ। ਜਾਂ ਉਸ ਅੱਖਾਂ ਮੀਟੀਆਂ ਤਾਂ ਉਹ ਕੀ ਦੇਖੇ ਕਿ ਮੈਂ ਤੇ ਗੁਰੂ ਨਾਨਕ ਆਕਾਸ਼ਾਂ ਵਿੱਚ ਉੱਡਦੇ ਚਲੇ ਜਾ ਰਹੇ ਹਾਂ। ਦੇਖੇ ਕਿ ਅਣਗਿਣਤ ਸੂਰਜ ਚੰਦ ਹਨ। ਸੂਰਜਾਂ ਦੇ ਅਨੇਕ ਪ੍ਰਬੰਧ ਹਨ। ਫਿਰ ਉਹਨਾਂ ਤੋਂ ਵੱਡੇ ਪ੍ਰਬੰਧ ਹੋਰ ਹਨ। ਅੱਗੇ ਤੋਂ ਅੱਗੇ, ਪਰੇ ਤੋਂ ਪਰੇ ਹਨ। ਜਾਂ ਗਿਣੋ ਤਾਂ ਅਚੰਭਾ ਹੁੰਦਾ ਜਾਵੇ। ਉਸਦੀ ਅੱਖ ਵੇਖਣੋਂ ਤੇ ਫਿਰ ਗਿਣਨੋਂ ਰਹਿ ਥੱਕੀ। ਜਿਸ ਨੂੰ ਉਹ ਉੱਪਰਲਾ ਤੇ ਹੇਠਲਾ ਪਾਸਾ ਸਮਝਦਾ ਸੀ, ਉਹ ਫਰਕ ਉਸ ਨਜ਼ਰ ਵਿੱਚ ਛੁੱਟ ਗਿਆ। ਆਪਣੀ ਧਰਤੀ ਉਸਨੂੰ ਬਹੁਤ ਨਿੱਕੀ ਜਿਹੀ ਸ਼ੈ ਨਜ਼ਰ ਆਈ। ਦੂਰੋਂ ਜੋ ਗ੍ਰਹਿ ਨਿੱਕਾ ਜਿਹਾ ਟਿਕਾਣਾ ਦਿਸੇ, ਉਹ ਜਦ ਉਸ ਪਰ ਅਪੜੇ ਤਾਂ ਉਸਨੂੰ ਆਪਣੀ ਧਰਤੀ ਜਿਹੜਾ ਕਦੇ ਵੱਡਾ ਕਦੇ ਛੁਟੇਰਾ ਦੇਖੇ। ਕਈ ਧਰਤੀਆਂ ਦੇਖੇ, ਕਈ ਸੂਰਜ ਵਾਂਗ ਪਰ ਜਵਲਤ ਤੇ ਰੋਸ਼ਨ, ਕਈ ਸ਼ੂਨ ਪਿੰਡ ਤੱਕ ਕੇ। ਇਉਂ ਦੇਖਦਾ ਜਦੋਂ ਥੱਕ ਪਿਆ ਤਾਂ ਗੁਰੂ ਬਾਬੇ ਕਿਹਾ, ਜਿਸ ਨੂੰ ਪਾਤਾਲ ਸਮਝਦਾ ਹੈ ਉਹ ਪਾਸਾ ਵੀ ਤੱਕ ਲੈ। ਉਧਰ ਵੀ ਉਸਨੇ ਨਜ਼ਰ ਕੀਤੀ ਤਾਂ ਉਹ ਲੱਖਾਂ ਦੀ ਗਿਣਤੀ ਨਜ਼ਰ ਆਵੇ।
ਇੱਕ ਧਰਤੀ ਤੇ ਗਏ ਤਾਂ ਇੱਕ ਦੀਵਾਨ ਲੱਗ ਰਿਹਾ ਸੀ, ਕੀਰਤਨ ਹੋ ਰਿਹਾ ਸੁਣਾਈ ਦਿੱਤਾ। ਇੱਥੇ ਪੀਰ ਦਾ ਬੇਟਾ ਕਹਿਣ ਲੱਗਾ ਕਿ ਹੁਣ ਚਲੀਏ, ਮੁੱਦਤ ਬੀਤ ਗਈ ਹੈ, ਫਿਰਦਿਆਂ ਤੇ ਮੈਂ ਥੱਕ ਵੀ ਪਿਆ ਹਾਂ। ਤਾਂ ਸਤਿਗੁਰਾਂ ਕਿਹਾ, ਤੇਰੇ ਪਿਤਾ ਨੇ ਅਮੰਨਾ ਨਹੀਂ ਕਰਨਾ, ਤੂੰ ਕੋਈ ਨਿਸ਼ਾਨੀ ਲੈ ਚੱਲ। ਨਿਸ਼ਾਨੀ ਉਹ ਲੈ ਜੋ ਅਮੰਨਾ ਬਣਾ ਦੇਵੇ ਤੇਰੇ ਪਿਤਾ ਦਾ। ਤਾਂ ਉੱਥੇ ਬਾਲਕੇ ਨੂੰ ਸੰਗਤ ਵਿੱਚ ਪ੍ਰਸ਼ਾਦ ਦਾ ਥਾਲ ਦੱਸਿਆ। ਆਖਣ ਲੱਗਾ, ਮੇਰਾ ਕਚਕੋਲ ਇਸ ਨਾਲ ਭਰ ਦਿਓ। ਜੇ ਉੱਥੇ ਪੁੱਜਿਆ ਮੇਰੇ ਪਾਸ ਹੋਇਆ ਤਾਂ ਪਿਤਾ ਮੰਨ ਲਏਗਾ, ਕਿਉਂ ਜੋ ਉੱਥੋਂ ਤੁਰਨ ਵੇਲੇ ਮੇਰੇ ਪਾਸ ਕੁਛ ਨਹੀਂ ਸੀ, ਤਾਂ ਸੋਚੇਗਾ ਕਿ ਕਿਵੇਂ ਇਸ ਪਾਸ ਹਲਵਾ ਯਾਨੀ ਕੜਾਹ ਹੋ ਗਿਆ ਹੈ। ਸੋ ਕਚਕੋਲ ਕੜਾਹ ਦਾ ਭਰ ਕੇ ਬਾਲਕੇ ਨੇ ਨਾਲ ਲੈ ਲਿਆ ਤੇ ਉਸਨੂੰ ਜਾਪਿਆ ਕਿ ਧਰਤੀ ਨੂੰ ਮੁੜੇ ਜਾ ਰਹੇ ਹਾਂ। ਜਦ ਨੈਣ ਖੋਲੇ ਤਾਂ ਦੇਖੇ ਕਿ ਬਗਦਾਦ ਵਿੱਚ ਹੀ ਪਿਤਾ ਦੇ ਸਾਹਮਣੇ ਉਸੇ ਤਰ੍ਹਾਂ ਬੈਠਾ ਹਾਂ। ਤਦ ਪੀਰ ਨੇ ਪੁੱਤਰ ਨੂੰ ਪੁੱਛਿਆ, ਸੁਣਾਓ ਬੇਟਾ। ਤਦ ਬਾਲਕੇ ਨੇ ਕਿਹਾ ਕਿ ਪਿਤਾ ਜੀ, ਮੈਂ ਤਾਂ ਥੱਕ ਪਿਆ ਹਾਂ। ਕਿਸੇ ਅਚਰਜ ਵੇਗ ਨਾਲ ਮੈਨੂੰ ਆਪਾ ਉੜਦਾ ਪਾਸਿਆ ਹੈ, ਔਰ ਮੇਰੇ ਨੈਣਾਂ ਨੇ ਅਣਗਿਣਤ ਸੂਰਜ, ਅਣਗਿਣਤ ਧਰਤੀਆਂ ਤੇ ਚੰਨ ਡਿੱਠੇ ਹਨ, ਤੇ ਕਿੰਨੇ ਹੀ ਪ੍ਰਬੰਧ ਇਹਨਾਂ ਸਿਤਾਰਿਆਂ ਕੇ ਸੂਰਜਾਂ ਦੇ ਤੱਕੇ ਹਨ। ਜੋ ਸਾਨੂੰ ਇੱਥੇ ਤਾਰੇ ਦਿਸਦੇ ਹਨ, ਸੂਰਜਾਂ ਵਾਂਗੂ ਵੱਡੇ ਵੱਡੇ ਹਨ। ਤਬਕਿਆਂ ਦੀ ਗਿਣਤੀ ਵੀ ਬਹੁਤ ਹੀ ਬਹੁਤ ਹੈ। ਆਕਾਸ਼ਾਂ ਪਾਤਾਲਾਂ ਦੇ ਸਾਡੇ ਧਰਤੀ ਤੋਂ ਹਿਸਾਬ ਨਹੀਂ ਲੱਗ ਸਕਦੇ। ਇਹ ਤਾਂ ਇੱਕ ਅਸਗਾਹ ਪੁਲਾੜ ਵਿੱਚ ਬੜੇ ਬੜੇ ਪਿੰਡ ਹਨ ਜੋ ਵਿੱਥ ਵਿੱਚ ਘੁੰਮ ਰਹੇ ਹਨ। ਮੇਰੀ ਸਮਝ ਵਿੱਚ ਤਾਂ ਪਰੇ ਤੋਂ ਪਰੇ ਪਈ ਹੈ। ਨੈਣ ਦੇਖਦਿਆਂ ਤੇ ਦਿਲ ਸੋਚਦਿਆਂ ਥੱਕਦੇ ਹਨ। ਪੀਰ, ਕੋਈ ਕਿਤੋਂ ਨਿਸ਼ਾਨੀ ਵੀ ਆਂਦੀ ਹੈ ਕਿ ਐਵੇਂ ਨਜ਼ਰ ਵੀ ਸਿਹਰਬੰਦੀ ਨਾਲ ਨਜ਼ਾਰੇ ਤੱਕੇ ਨਹੀਂ। ਬੇਟਾ, ਸਿਹਰ ਨਾਲ ਨਜ਼ਰਬੰਦੀ ਤਾਂ ਨਹੀਂ ਹੋਈ, ਮਿਹਰ ਨਾਲ ਨਜ਼ਰ ਖੁੱਲੀ ਹੋਈ ਮੈਨੂੰ ਤਾਂ ਲੱਗੀ ਹੈ। ਮੈਂ ਸੱਚ ਡਿੱਠਾ ਹੈ, ਪਰ ਜੋ ਡਿੱਠਾ ਹੈ ਸੋ ਇੱਥੇ ਨਾਲ ਹੋਰਵੇਂ ਹੈ ਸੀ। ਉੱਥੇ ਮੈਨੂੰ ਮੁੱਦਤ ਕਾਲ ਹੋਰਵੇਂ ਪਾਸੀ ਹੈ। ਨਜ਼ਰ ਖੁੱਲਣ ਲੱਗਿਆਂ ਮੈਂ ਕਿੰਨਾ ਹੀ ਸਮਾਂ ਬੀਤ ਚੁੱਕਾ ਜਾਤਾ। ਨਜ਼ਰ ਖੁੱਲਿਆਂ ਤੇ ਜਾਪਦਾ ਹੈ ਕਿ ਇੱਥੋਂ ਦਾ ਸਮਾਂ ਬਹੁਤ ਹੀ ਥੋੜਾ ਲੱਗਾ ਹੈ। ਮੈਂ ਪਿਤਾ ਜੀ ਇੱਕ ਸੰਗਤ ਵੇਖੀ ਹੈ ਜਿਨ੍ਹਾਂ ਨੇ ਗੁਰੂ ਬਾਬੇ ਦਾ ਬੜਾ ਆਦਰ ਕੀਤਾ। ਉੱਥੋਂ ਮੈਂ ਹਲਵੇ ਯਾਨੀ ਪ੍ਰਸ਼ਾਦ ਦਾ ਕਚਕੋਲ ਨਿਸ਼ਾਨ ਵਾਸਤੇ ਨਾਲ ਲਿਆ ਸੀ। ਦੇਖੋ, ਸੱਚਮੁੱਚ ਇੱਥੇ ਮੇਰੇ ਪਾਸ ਹੈ। ਜਾਂ ਪੀਰ ਨੇ ਸੱਚਮੁੱਚ ਪੁੱਤਰ ਦਾ ਕਚਕੋਲ ਪ੍ਰਸ਼ਾਦ ਨਾਲ ਭਰਿਆ ਡਿੱਠਾ ਤਾਂ ਅਚਰਜ ਰਹਿ ਗਿਆ, ਕਿਉਂਕਿ ਜਦ ਬੇਟੇ ਨੇ ਨੈਣ ਮੀਟੇ ਸਨ ਤਾਂ ਉਹ ਸਖਣਾ ਸੀ ਤੇ ਹੋਰ ਕੋਈ ਉੱਥੇ ਕੜਾਹ ਦੇਣ ਵਾਲਾ ਆਇਆ ਹੀ ਨਹੀਂ ਸੀ। ਉਹ ਸ਼ੈ ਗੈਬ ਤੋਂ ਆਈ ਨਿਸ਼ਚੇ ਕਰਕੇ ਪੀਰ ਸਤਗੁਰ ਦੀ ਜ਼ਾਹਿਰੀ ਕਲਾ ਦਾ ਕਾਇਲ ਹੋ ਗਿਆ। ਇਹ ਵਿਚਾਰ ਪੀਰ ਤਬੈ ਪਗਬੰਧਨ ਨਾਨਾ, ਸੁਨੋ ਮੁਰੀਦ ਖਤਾ ਪਗ ਲਗ ਬਖਸ਼ਾਵੋ, ਨਰ ਕਰ ਲਖੋ ਨਾ ਯਾਹੇ ਰੂਪ, ਅੱਲਾ ਦਰਸਾਨੋ। ਸਭਨਾਂ ਨੇ ਅਦਬ ਨਾਲ ਸਿਰ ਨਿਵਾਇਆ, ਖਤਾ ਬਖਸ਼ਵਾਈ। ਸ੍ਰੀ ਗੁਰੂ ਜੀ ਨੇ ਨਾਮ ਦਾ ਉਪਦੇਸ਼ ਦਿੱਤਾ ਤੇ ਫਰਮਾਇਆ, ਪਖ ਬਾਤ ਕੋ ਭੂਲ ਨਾ ਕਰੀਏ, ਇੱਕ ਖੁਦਾਏ ਸਭ ਵਿਖੇ ਨਿਹਾਰੀਏ, ਕਰੋ ਜੇ ਦਿਡ ਅਸਬਿਦ ਅਭਿਆਸਾ, ਪ੍ਰਾਪਤ ਹੋਏ ਮੁਕਤ ਸੁਖ ਰਾਸਾ। 6ਵਾਂ, ਹੁਣ ਬਾਬਾ ਜੀ ਕੁਝ ਚਿਰ ਉੱਥੇ ਟਿਕੇ। ਲੋਕੀ ਬੇਰੋਕ ਟੋਕ ਆਉਂਦੇ ਜਾਂਦੇ ਰਹੇ। ਪੀਰ ਜੀ ਵੀ ਅਕਸਰ ਵੇਰ ਆਉਂਦੇ, ਵਾਰਤਾਲਾਪ ਕਰਦੇ ਤੇ ਸੁਖ ਪਾਉਂਦੇ। ਗੁਰੂ ਬਾਬਾ ਜੀ ਕੇਵਲ ਪਾਪੀਆਂ, ਮੂਰਖਾਂ, ਦੁਖੀਆਂ ਤੇ ਤਰਸ ਕਰਨ ਹਾਰ ਨਹੀਂ ਸੀ, ਸਗੋਂ ਉਹ ਉਸ ਕਸ਼ਟ ਨੂੰ ਜੋ ਅਮੀਰੀ ਤੇ ਬਹੁਤਿਆਂ ਵਾਲਿਆਂ ਵਿੱਚ ਹੁੰਦਾ ਹੈ ਸਮਝਦੇ ਤੇ ਉਹਨਾਂ ਉੱਤੇ ਵੀ ਬਹੁਤ ਤਰਸ ਕਰਦੇ ਸੀ। ਫਿਰ ਉਹ ਰੱਬ ਦੇ ਨਾਮ ਤੇ ਟੁਰ ਰਹੇ ਲੋਕਾਂ ਉੱਤੇ, ਜਿਨ੍ਹਾਂ ਨੇ ਭੁੱਲਾਂ ਵਿੱਚ ਫਸ ਕੇ ਆਪ ਹਨੇਰੇ ਵਿੱਚ ਟੁਰਨਾ ਤੇ ਹੋਰਨਾਂ ਨੂੰ ਠੋਕਰਾਂ ਦੇ ਰਾਹ ਪਾਉਣਾ ਆਰੰਭਿਆ ਸੀ, ਉਹਨਾਂ ਉੱਤੇ ਵਧੇਰੇ ਤਰਸ ਕਰਦੇ ਸੀ। ਇਸੇ ਕਰਕੇ ਟਿਕਾਣਿਆਂ ਤੇ ਅਪੜ ਕੇ ਪੀਰਾਂ ਮਹੰਤਾਂ ਨਾਲ ਜਾ ਠਹਿਕਦੇ, ਕਿਵੇਂ ਨਾ ਕਿਵੇਂ ਗਲਤੀਆਂ ਤੋਂ ਪਾਰ ਕਰਦੇ। ਇਸ ਟਿਕਾਣੇ ਵੀ ਇਹੋ ਕੁਝ ਕੀਤਾ। ਪੀਰ ਉਹਨਾਂ ਦੇ ਨਿਰੋਲ ਉਪਦੇਸ਼ ਨਾਲ ਨਿਰਵੈਰ ਸੂਜਤ ਵਿੱਚ ਆ ਗਿਆ ਤੇ ਸਤਿਗੁਰ ਵਿੱਚ ਜੀਦਾਨ ਦਾ ਉਮਾਹੂ ਸੋਮਾ ਵਹਿ ਰਿਹਾ ਤੱਕ ਕੇ ਉਸ ਤੋਂ ਹਿੱਸਾ ਲੈ ਕੇ ਸੁਖੀ ਹੋਇਆ। ਪਰ ਕਦੇ ਕਦੇ ਸਤਿਗੁਰਾਂ ਨਾਲ ਪ੍ਰੇਮ ਹੋ ਜਾਣ ਪਰ ਵੀ ਉੱਤਰ ਪ੍ਰਸ਼ਨ ਕਰਦਾ ਰਹਿੰਦਾ। ਇੱਕ ਵੇਰ ਆਪ ਨੇ ਪੁੱਛਿਆ ਕਿ ਜਿਵੇਂ ਘੁਮਿਆਰ ਪਾਂਡੇ ਘੜ ਧਰੀ ਜਾਂਦਾ ਹੈ
ਤਿਵੇਂ ਇਹ ਕੱਚੀ ਮਤ ਵਾਲੇ ਮਨੁੱਖ ਰਚ ਰਚ ਕੇ ਧਰਤੀ ਉੱਤੇ ਧਰੀ ਜਾਣ ਵਿੱਚ ਕਰਤਾ ਨੇ ਕੀ ਗੁਣ ਜਾਣੇ। ਚੱਕ ਤੋਂ ਜਿਵੇਂ ਬਰਤਨ ਤਿਆਰ ਹੋ ਲੈਂਦੇ ਹਨ, ਤਿਵੇਂ ਆਸਮਾਨ ਦੀ ਗਰਦਸ਼ ਤੋਂ ਮਨੁੱਖ ਜਮ ਜਮ ਕੇ ਜਗਤ ਵਿੱਚ ਤੁਰੀ ਆਉਂਦੇ ਹਨ। ਤਾਂ ਗੁਰੂ ਬਾਬੇ ਜੀ ਨੇ ਜੋ ਉੱਤਰ ਦਿੱਤਾ, ਉਸ ਦੀ ਕੁਛ ਸੋਝੀ ਇਹਨਾਂ ਅੱਖਰਾਂ ਤੋਂ ਪੈਂਦੀ ਹੈ। ਗੁਰੂ ਜੀ, ਪੀਰ ਜੀ, ਭਾਂਡੇ ਘੜੇ ਹੀ ਕੱਚੀ ਮਿੱਟੀ ਦੇ ਜਾਂਦੇ ਹਨ। ਚੱਕ ਤੇ ਚੜ੍ਹਦੀ ਹੀ ਗਿੱਲੀ ਮਿੱਟੀ ਹੈ। ਗਿੱਲੀ ਹੀ ਮਿੱਟੀ ਗੋਈ ਜਾ ਸਕਦੀ ਹੈ, ਪੱਕੀ ਮਿੱਟੀ ਦਾ ਕੁਝ ਨਹੀਂ ਬਣ ਸਕਦਾ। ਪਰ ਕਲਾਲ ਭਾਂਡੇ ਘੜ ਕੇ ਕੱਚੇ ਰੱਖਣ ਲਈ ਨਹੀਂ ਧਰਦਾ, ਉਸ ਦਾ ਮਤਲਬ ਉਹਨਾਂ ਨੂੰ ਆਵੇ ਵਿੱਚ ਪੱਕਿਆਂ ਕਰਨ ਦਾ ਹੁੰਦਾ ਹੈ। ਇਸ ਧਰਤੀ ਦੇ ਸੁੱਖ ਦੁੱਖ ਤੇ ਉਹਨਾਂ ਤੋਂ ਚਿੱਤ ਦਾ ਘਬਰਾ ਜੀਵਾਂ ਨੂੰ ਕਿਸੇ ਢੂੰਡ ਵਿੱਚ ਜਗਿਆਸਾ ਵਿੱਚ ਪਾਉਂਦਾ ਹੈ। ਉਸ ਤਲਾਸ਼ ਵਿੱਚ ਕੁਝ ਲੱਭਦਾ ਹੈ। ਫਿਰ ਜੀਵ ਸੁੱਖ ਦੁੱਖ ਭੋਗਣ ਨਾਲ ਤਕੜਾ ਹੁੰਦਾ, ਅਖੀਰ ਅੱਗ ਵਿੱਚ ਪੈ ਕੇ ਪੱਕੇ ਹੋਏ ਭਾਂਡੇ ਵਾਂਗ ਮੁਕੰਮਲ ਹੋ ਜਾਂਦਾ ਹੈ। ਸੋ ਪੀਰ ਜੀ, ਜਿਵੇਂ ਤੁਸਾਂ ਆਖਿਆ ਹੈ ਕਿ ਜਿਉਂ-ਜਿਉਂ ਅਸਮਾਨ ਦੀ ਗਰਦਸ਼ ਹੁੰਦੀ ਹੈ, ਤਿਉਂ-ਤਿਉਂ ਖਲਕਤ ਦੀ ਪੈਦਾਇਸ਼ ਹੁੰਦੀ ਹੈ। ਪਰ ਇਹ ਵੀ ਸਮਝ ਲਓ ਕਿ ਪੈਦਾ ਹੋਇਆ ਸਰੀਰਧਾਰੀ ਮਨੁੱਖ ਬਜ਼ੁਰਗਾਂ ਦੀ ਸੋਬਤ ਵਿੱਚ ਪਰਵਰਦਾ ਹੁੰਦਾ ਹੈ। ਪੀਰ, ਤਾਂ ਫਿਰ ਜਗਤ ਵਿੱਚ ਜੋ ਸਾਨੂੰ ਦੁੱਖ ਭਾਸਦਾ ਹੈ, ਇਸ ਦਾ ਕੋਈ ਮੁੱਦਾ ਪ੍ਰਯੋਜਨ ਹੈ? ਗੁਰੂ ਜੀ, ਆਪਣੀਆਂ ਸਾਹਿਬ ਆਪ ਜਾਣਦਾ ਹੈ। ਪਰ ਪੀਰ ਜੀ, ਪ੍ਰਤੱਖ ਜੋ ਪਿਆ ਦਿਸਦਾ ਹੈ ਕਿ ਅਖਾੜੇ ਵਿੱਚ ਜੇ ਮਲ ਨੂੰ ਜ਼ੋਰ ਪਾਵਣ, ਘੁੱਲਣ, ਡਿੱਗਣ, ਉੱਠਣ, ਢਹਿਣ, ਆਪ ਤੋਂ ਵੱਡੇ ਨਾਲ ਜੂਝਣ ਦਾ ਦੁੱਖ ਹੈ, ਸੋਈ ਉਸ ਦੇ ਡੋਲਿਆਂ ਨੂੰ ਦੂਸਰਿਆਂ ਤੇ ਬਿਜੈਮਾਨ ਹੋਣ ਦੀ ਸੱਤਿਆ ਦਿੰਦਾ ਹੈ। ਜੋ ਸੁਖ ਸੇਜਾ ਪਰ ਬੈਠੇ ਰਹਿੰਦੇ ਹਨ, ਸੋ ਕਦੇ ਸੂਰਮੇ ਨਹੀਂ ਬਣੇ। ਤਾਂ ਤੇ ਦੁੱਖ ਦਾਰੂ ਹੈ, ਸੁਖ ਰੋਗ ਹੈ। ਜੀਵ ਜੋ ਇਸ ਮਾਇਆ ਵਿੱਚ ਆਇਆ ਹੈ, ਜਾਂ ਇਉਂ ਕਹੋ ਕਿ ਰੂਹ ਜੋ ਮਾਦੇ ਦੇ ਅਖਾੜੇ ਵਿੱਚ ਉਤਾਰੀ ਗਈ ਹੈ, ਸੋ ਮਾਦੇ ਉੱਤੇ ਫਤਿਹ ਪਾਉਣ ਵਾਸਤੇ ਹੈ। ਮਾਇਆ ਜਾਂ ਮਾਦਾ ਰੋਗ ਕਰਦਾ ਹੈ, ਡੇਗਦਾ ਹੈ। ਰੂਹ ਤਕੜੀ ਹੋ ਹੰਬਲੇ ਮਾਰ ਮਾਰ ਘੋਲ ਕਰਦੀ, ਉਸ ਤੇ ਫਤਿਹ ਪਾਉਂਦੀ ਅੰਤ ਪਰਵੁਰਦਾ ਹੋ ਜਾਂਦੀ ਹੈ। ਜਿਵੇਂ ਕੱਚੇ ਭਾਂਡੇ ਆਵੇ ਦੇ ਵਿੱਚ ਦੀ ਲੰਘ ਕੇ ਪਰਵੁਰਦਾ ਹੋ ਜਾਂਦੇ ਹਨ। ਸਾਈਂ ਆਪਣੇ ਭੇਦਾਂ ਦਾ ਆਪ ਜਾਣੂ ਹੈ, ਪਰ ਪ੍ਰਤੱਖ ਦਿਸਦਾ ਹੈ ਕਿ ਉਹ ਸੂਰਮਾ ਜੋਧ ਮਹਾਂ ਬਲਸੂਰ ਬਣ ਜਾਂਦਾ ਹੈ, ਜੋ ਮਾਦੇ ਕੇ ਮਾਇਆ ਤੇ ਫਤਿਹ ਪਾਉਂਦਾ ਹੈ। ਪੀਰ ਜੀ, ਬਹੁਤ ਠੀਕ ਹੈ। ਵਾਹ ਵਾਹ। ਇੱਕ ਹੋਰ ਅਰਜ਼ ਹੈ ਕਿ ਹਿੰਦੂ ਮਤ ਵਿੱਚ ਰੂਹ ਜੰਮਦੇ ਮਰਦੇ ਹਨ ਤੇ ਇਸਲਾਮ ਵਿੱਚ ਦੂਜੀ ਵਾਰ ਨਹੀਂ ਜੰਮਦੇ। ਇਹਦਾ ਕੀ ਵਿਚਾਰ ਹੈ? ਗੁਰੂ ਜੀ, ਗੱਲ ਦੂਸਰੇ ਲੋਕ ਵਿੱਚ ਜਿਵੇਂ ਹੁੰਦੀ ਹੈ, ਤਿਵੇਂ ਹੋਰ ਲੋਕਾਂ ਵਿੱਚ ਉਸ ਦੀ ਸਮਝ ਨਹੀਂ ਪੈਂਦੀ ਤੇ ਮੂਰਖ ਲੋਕ ਹਰ ਗੱਲ ਤੇ ਹਾਠਾ ਬਨ ਖਲੋਂਦੇ ਹਨ। ਪੀਰ ਜੀ, ਜੋ ਇੱਥੇ ਆ ਕੇ ਪਰਵੁਰਦਾ ਹੋ ਗਿਆ, ਜਿਸ ਆਪਣੀ ਸੁਰਤ ਦੇ ਡੋਲੇ ਪੱਕੇ ਕਰ ਲਏ, ਗਿਆਨ ਅਗਨੀ ਨਾਲ ਜਿਸ ਨੇ ਕੱਚੇ ਦਾਣੇ ਭੁੰਨ ਲਏ, ਉਸ ਲਈ ਤਾਂ ਹੁਣ ਇੱਥੇ ਕੋਈ ਟਿਕਾਣਾ ਨਹੀਂ। ਉਹ ਪਕਿਆਈ ਦੇ ਦੇਸ਼ ਜਾਵੇਗਾ। ਜੋ ਫਲ ਬ੍ਰਿਛ ਨਾਲ ਪੱਕ ਗਿਆ, ਫਿਰ ਟਾਹਣੀ ਨਾਲ ਲਟਕਿਆ ਨਹੀਂ ਰਹਿੰਦਾ। ਹੁਣ ਟਾਹਣੀ ਉਸ ਦਾ ਦੇਸ਼ ਨਹੀਂ ਹੈ, ਉਹ ਮਾਲਿਕ ਦੇ ਘਰ ਅਪੜੇਗਾ। ਉਸ ਦਾ ਹੁਣ ਉਹ ਦੇਸ਼ ਹੈ। ਜੋ ਜੀਵ ਇੱਥੇ ਆ ਕੇ ਸਮਾਂ ਅਜਾਈਂ ਵੰਜਾ ਗਿਆ, ਜਿਸ ਨੇ ਆਪਣੇ ਆਪ ਨੂੰ ਪਕਾਇਆ ਨਹੀਂ, ਕੱਚ ਵਿੱਚ ਹੀ ਟੁਰ ਗਿਆ, ਉਸ ਨੂੰ ਕੱਚ ਪਕਾਈ ਦਾ ਉੱਥੇ ਜਾ ਕੇ ਪਤਾ ਪਵੇਗਾ, ਜਿੱਥੇ ਕੱਚ ਪਕਾਈ ਦੀ ਸੰਭਾਲ ਹੁੰਦੀ ਹੈ। ਉਸ ਦਾ ਉਹ ਕੱਚ ਉਸ ਦੇ ਫੇਰ ਜਮੜੇ ਦੀ ਲੋੜ ਹੈ, ਜੋ ਉਸ ਵਿੱਚ ਕਚਿਆਈ ਦੇ ਰੂਪ ਵਿੱਚ ਮੌਜੂਦ ਹੈ। ਭੁੱਜ ਗਏ ਦਾਣੇ ਦਾ ਉੱਗਣ ਵਾਲਾ ਅੰਗੂਰ ਨਹੀਂ ਰਹਿੰਦਾ, ਪਰ ਅਣਭੁੱਜੇ ਦਾਣੇ ਵਿੱਚ ਉੱਗਣ ਦਾ ਅੰਗੂਰ ਹੁੰਦਾ ਹੈ। ਉਹ ਉੱਗ ਸਕਦਾ ਹੈ। ਤਿਵੇਂ ਕੱਚਿਆਂ ਦੇ ਮੁੜ ਪੱਕਣ ਲਈ ਉਹਨਾਂ ਨੂੰ ਅਸਲੀ ਰਹਿਮ ਮੁੜ ਸਮੇਂ ਤੇ ਮੌਕੇ ਦਿੰਦਾ ਹੈ। ਉਹਨਾਂ ਵਿੱਚੋਂ ਮੁੜ ਜੰਮਣਾ ਵੀ ਇੱਕ ਮੁੜ ਪੱਕਣੇ ਦਾ ਮੁੜ ਕੇ ਸਮਾਂ ਹੱਥ ਆਉਣਾ ਹੈ, ਜੋ ਫੇਰ ਪੱਕੇ ਤੇ ਪਰਵੁਰਦਾ ਹੋਵੇ, ਕੱਚ ਦੂਰ ਕਰੇ ਤੇ ਕਸਰਾਂ ਕੱਢੇ। ਮਾਪਿਆਂ ਦਾ ਪੁੱਤ ਨੂੰ ਫੇਰ ਅਖਾੜੇ ਘੱਲਣਾ, ਉਸ ਨੂੰ ਫੇਰ ਮੌਕੇ ਦੇਣੇ ਹਨ ਕਿ ਉਹ ਮਲ ਬਣ ਜਾਵੇ। ਪੀਰ ਜੀ, ਸੋਚਾਂ ਤੇ ਵਿਚਾਰਾਂ ਸਾਡੀ ਬੁੱਧੀ ਦਾ ਕੰਮ ਹੈ। ਇਹਨਾਂ ਨਾਲ ਅਸੀਂ ਸੁੱਖ ਵੀ ਪਾਉਂਦੇ ਹਾਂ ਤੇ ਦੁੱਖ ਵੀ। ਸੋਚ ਜੇ ਤਾਂ ਸਿੱਧੇ ਰਸਤੇ ਟੁਰਦੀ ਹੈ ਤਾਂ ਸ਼ੁਬੇ ਦੂਰ ਕਰਦੀ, ਵਿਸ਼ਵਾਸ ਦੇ ਦੇਸ਼ ਪਹੁੰਚਾ ਦਿੰਦੀ ਹੈ।
ਫਿਰ ਇੱਕ ਹੋਰ ਅਕਲ ਦੀ ਸੋਝੀ ਪੈਂਦੀ ਹੈ ਜੋ ਸਾਈਂ ਦੇ ਦੇਸ਼ ਲੈ ਜਾਂਦੀ ਹੈ। ਜੇ ਅਕਲ ਨਾਲ ਸੰਸੇ ਸਿੱਖਦੇ ਜਾਈਏ ਤੇ ਸੰਸੇ ਨਿਵਰਤੀ ਦੀ ਅਕਲ ਨਾ ਵਧੇ ਤਾਂ ਆ ਸੰਦੇਸੇ ਦੇ ਦੇਸ਼ ਆਪਣੀ ਦਾ ਹੈ ਤੇ ਮਨ ਸਾਬਤ ਨਹੀਂ ਰਹਿੰਦਾ। ਬੁੱਧੀ ਸਾਨੂੰ ਸੋਝੀ ਦਿੰਦੀ ਹੈ, ਪਰ ਪ੍ਰਵਿਰਤੀ ਦੀ ਤੇ ਫਿਰ ਬੁੱਧੀ ਦਾ ਰੁਖ ਬਾਹਰ ਵਨੇ ਹੈ। ਆਪੇ ਵਿੱਚ ਲਿਜਾਣ ਵਾਲਾ ਨਾਮ ਹੈ ਜੋ ਸਾਈਂ ਦੀ ਹਜ਼ੂਰੀ ਰੱਖਦਾ ਹੈ। ਹਜ਼ੂਰੀ ਵਾਸ, ਹਾਂ 8 ਪੈਰ ਹਜ਼ੂਰੀ ਦਾ ਵਾਸ ਇਹ ਜੀਵਨ ਹੈ, ਇਹ ਪਕਿਆਈ ਹੈ। ਜੋ ਹਜ਼ੂਰੀਆ ਹੋ ਗਿਆ ਸੋ ਉਸ ਦਾ ਦੇਸ਼ ਹਜ਼ੂਰੀ ਹੈ। ਉਹ ਫਿਰ ਕਿਉਂ ਹਜ਼ੂਰੀ ਤੋਂ ਕਦੇ ਬਾਹਰ ਆ ਕੇ ਗਿਰੇਗਾ? ਉਹ ਆਪਣੇ ਦੇਸ਼ ਪ੍ਰਾਪਤ ਹੋ ਗਿਆ, ਸਦਾ ਉੱਥੇ ਰਹੇਗਾ। ਇਸ ਸਰੀਰ ਵਿੱਚ ਉਹ ਹਜ਼ੂਰੀ ਵਿੱਚ ਵਸਦਾ ਹੈ। ਸਰੀਰ ਨਹੀਂ ਰਹੇਗਾ ਤਾਂ ਉਹ ਹਜ਼ੂਰੀ ਵਿੱਚ ਹੋਵੇਗਾ। ਹਾਂ, ਨਾਮ ਜਪੋ। ਸਾਈਂ ਦੀ ਸਿਫਤ ਸਲਾਹ ਦਾ ਗਾਵਣ ਤੇ ਨਾਮ ਦਾ ਅਖੰਡ ਕੀਰਤਨ ਇਹ ਸਾਈਂ ਦੀ ਹਜ਼ੂਰੀ ਦਾ ਵਾਸ ਬਖਸ਼ਦਾ ਹੈ। ਇਹ ਉਸ ਪਿਆਰੇ ਤੋਂ ਸਾਨੂੰ ਕਦੇ ਗਾਇਬ ਨਹੀਂ ਹੋਣ ਦਿੰਦਾ। ਉਹ ਬੰਦਾ ਕੱਚਾ ਹੈ ਜੋ ਗਾਇਬ ਹੈ ਹਜ਼ੂਰੀ ਤੋਂ। ਜੋ ਹਜ਼ੂਰੀ ਵਿੱਚ ਰਹਿੰਦਾ ਹੈ ਉਹ ਪਰਵੁਰਦਾ ਹੋ ਗਿਆ। ਹਾਂ, ਜੋ ਨਿਰੰਤਰ ਹਜ਼ੂਰੀ ਵਿੱਚ ਵਸਦਾ ਹੈ ਸਿਰੇ ਚੜ ਗਿਆ। ਮਾਇਆ ਦੇ ਮੋਹ ਨੇ, ਸਾਡੇ ਦੁਆਲੇ ਦੇ ਸਮਾਨਾਂ ਨੇ ਸਾਨੂੰ ਹਜ਼ੂਰੀ ਵਿੱਚੋਂ ਖਿੱਚ ਕੇ ਕੱਢਣਾ, ਪਰ ਅਸਾਂ ਵਿੱਚੇ ਵਸਦਿਆਂ ਹਜ਼ੂਰੀ ਤੋਂ ਬਾਹਰ ਨਹੀਂ ਆਉਣਾ। ਇਹੋ ਸਾਡਾ ਅਖਾੜੇ ਦਾ ਘੋਲ ਹੈ। ਅਸਾਂ ਭੁੱਲ ਨਾਲ ਭੁਲਾਵਣ ਹਾਰ ਰੁਚੀਆਂ ਤੇ ਅੰਦੇਸ਼ਿਆਂ ਨਾਲ ਯੁੱਧ ਕਰਨਾ ਹੈ ਤੇ ਉਹਨਾਂ ਉੱਪਰ ਫਤਿਹ ਪਾਉਣੀ ਹੈ। 5 ਮਹਾਬਲੀਆਂ ਜੋ ਹਜ਼ੂਰੀ ਤੋਂ ਗਾਇਬ ਕਰਨ ਵਾਲੇ ਦੂਤ ਹਨ, ਫਤਿਹ ਪਾਉਣੀ ਹੈ ਤੇ ਉਹਨਾਂ ਨੂੰ ਨਿਹਣ ਲੈਣਾ ਤੇ ਸਦਾ ਹਜ਼ੂਰੀ ਵਿੱਚ ਵਸਣਾ, ਇਹ ਸਾਡੀ ਜਿੱਤ ਹੈ। ਉਹ ਸਾਹਿਬ ਸਦਾ ਹਾਜ਼ਰ ਹੈ, ਹਾਜ਼ਰ ਨਾਜ਼ਰ ਹੈ। ਅਸੀਂ ਉਸ ਦੀ ਹਜ਼ੂਰੀ ਵਿੱਚ ਹਾਂ, ਪਰ ਮਨ ਨੂੰ ਹਜ਼ੂਰੀ ਤੋਂ ਗੈਰ ਹਾਜ਼ਰ ਰੱਖਦੇ ਹਾਂ। ਹੁਣ ਅਸਾਂ ਸਿੱਖਣਾ ਹੈ ਮਨ ਨੂੰ ਸਦਾ ਹਜ਼ੂਰੀ ਵਿੱਚ ਹਾਜ਼ਰ ਰੱਖਣਾ। ਪੀਰ ਜੀ ਠੰਡਾ ਸਾਹ ਲੈ ਕੇ ਸੱਚ ਸੱਚ ਪਰ ਉਪਰਾਲਾ। ਗੁਰੂ ਜੀ ਸਿਫਤ ਸਲਾਹ ਦਾ ਕੀਰਤਨ ਤੇ ਨਾਮ ਦਾ ਜਾਪ। 8 ਪਹਿਰ ਨਾਮ ਨੂੰ ਫੜੀ ਰੱਖੋ। ਨਾਮ ਹਜ਼ੂਰੀ ਵਿੱਚ ਰੱਖਦਾ ਹੈ। ਉਸ ਦੀ ਯਾਦ, ਪਿਆਰ ਭਰੀ ਯਾਦ, ਸਿਫਤ ਸਲਾਹ ਵਾਲੀ ਯਾਦ, ਸ਼ੁਕਰ ਤੇ ਅਰਦਾਸ ਵਾਲੀ ਯਾਦ, ਇਹ ਨਾਮ ਹੈ। ਇਹ ਸੁਣਦਾ ਪੀਰ ਰੰਗ ਵਿੱਚ ਰੰਗ ਰਤੜਾ ਹੁੰਦਾ ਗਿਆ, ਉਸੇ ਸਵਾਦ ਵਿੱਚ ਹਜ਼ੂਰੀ ਵਿੱਚ ਟਿਕ ਗਿਆ। 7ਵਾਂ ਇਤਿਹਾਸਕ ਖੋਜ। ਬਗਦਾਦ ਵਿੱਚ ਕਈ ਲੋਕ ਤੇ ਕਈ ਫਕੀਰ ਸਤਿਗੁਰ ਨੇ ਤਾਰੇ। ਸਮੇਂ ਨੇ ਹਾਲ ਆਪਣੀ ਚਾਦਰ ਵਿੱਚ ਲੁਕਾ ਰੱਖੇ ਹਨ। ਜੋ ਕੁਝ ਉਸ ਵੇਲੇ ਯਾਦ ਰਹੇ ਤੇ ਲਿਖੇ ਗਏ ਸੋ ਵੰਨਗੀ ਮਾਤਰ ਜਨਮ ਸਾਖੀਆਂ ਆਦਿ ਤੋਂ ਮਿਲੇ ਹਨ। ਫਿਰ ਭਾਈ ਗੁਰਦਾਸ ਜੀ ਦੀ ਲਿਖਤ ਹੈ ਜਿਨ੍ਹਾਂ ਦੇ ਸਮੇਂ ਦਾ ਹਿਸਾਬ ਇਉਂ ਹੈ। ਸ੍ਰੀ ਗੁਰੂ ਅੰਗਦ ਦੇਵ ਜੀ 13 ਕੋ ਬਰਸ ਗੱਦੀ ਪਰ ਰਹੇ ਹਨ। ਫਿਰ ਸ੍ਰੀ ਗੁਰੂ ਅਮਰਦੇਵ ਜੀ ਗੱਦੀ ਪਰ ਬਿਰਾਜੇ। ਭਾਈ ਗੁਰਦਾਸ ਗੁਰੂ ਅਮਰਦੇਵ ਜੀ ਨੂੰ ਮਿਲੇ। ਗੁਰੂ ਅਮਰਦੇਵ ਜੀ 22 ਬਰਸ ਗੱਦੀ ਪਰ ਰਹੇ। ਸੋ ਭਾਈ ਗੁਰਦਾਸ ਜੀ ਆਦਿ ਗੁਰੂ ਜੀ ਤੋਂ ਥੋੜੇ ਬਰਸਾਂ ਦੇ ਬਾਅਦ ਲਗਭਗ ਸ਼ਰਨਾਗਤ ਹੋਏ। ਇਸ ਵੇਲੇ ਜਵਾਨੀ ਦੀ ਉਮਰਾਂ ਹੋ ਸੀ। ਐਂ ਕਿੰਨੀ ਨੇੜੇ ਆਪ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਅਪੜ ਗਏ। ਇਸ ਕਰਕੇ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਆਂ, ਨਿਕਟਵਰਤੀਆਂ ਤੇ ਨਾਲ ਰਹਿਆਂ ਤੋਂ ਅੱਖੀਂ ਡਿੱਠੇ ਹਾਲਾਤ ਮਿਲਣੇ ਕੈਸੇ ਸੰਭਵ ਸਨ। ਜਨਮ ਸਾਖੀਆਂ ਤੋਂ ਛੁੱਟ ਸਭ ਤੋਂ ਪੁਰਾਣਾ ਪਤਾ ਬਗਦਾਦ ਸਤਿਗੁਰੂ ਜੀ ਦੇ ਜਾਣ ਦਾ ਭਾਈ ਗੁਰਦਾਸ ਜੀ ਨੇ ਵਾਰ ਪਹਿਲੀ ਪੌੜੀ 35 ਤੇ 36 ਵਿੱਚ ਦੱਸਿਆ ਹੈ। ਭਾਈ ਜੀ ਲਿਖਦੇ ਹਨ ਕਿ ਸਤਿਗੁਰੂ ਜੀ ਨੇ ਬਾਂਗ ਦੇ ਕੇ ਸਾਰੀ ਨਗਰੀ ਨੂੰ ਸੁਣ ਕਰ ਦਿੱਤਾ, ਜਿਸ ਤੋਂ ਹੈਰਾਨਗੀ ਹੋਈ ਤੇ ਪੀਰਾਂ ਨੇ ਆ ਤਕਰਾਰ ਕੀਤੇ। ਹੈਰਾਨੀ ਤੇ ਤਕਰਾਰ ਦੱਸਦੇ ਹਨ ਕਿ ਬਾਂਗ ਸਤਿਗੁਰੂ ਜੀ ਨੇ ਮੁਸਲਮਾਨਾਂ ਵਾਲੀ ਨਹੀਂ ਪਰ ਆਪਣੀ ਦਿੱਤੀ। ਮੁਸਲਮਾਨੀ ਦੇ ਘਰ ਵਿੱਚ ਤੇ ਮੁਸਲਮਾਨੀ ਪੱਖ ਦੇ ਕੇਂਦਰ ਵਿੱਚ ਇਹ ਕੁਝ ਕਰਨਾ ਬੜਾ ਅਚਰਜ ਹੈ। ਫਿਰ ਫਕੀਰ ਨੇ ਆ ਕੇ ਬਹਿਸ ਕੀਤੀ। ਲੱਖਾਂ ਆਕਾਸ਼ ਪਤਾਲ ਦੇ ਵਿਸ਼ੇ ਉੱਤੇ ਬਹਿਸ ਹੋ ਕੇ ਪ੍ਰਤੱਖ ਨਜ਼ਾਰੇ ਦਿਖਾ ਕੇ ਬਾਬੇ ਨੇ ਫਤਿਹ ਪਾਈ। ਇੱਥੇ ਪੀਰ ਦਾ ਜਿਸ ਨਾਲ ਬਹਿਸ ਹੋਈ ਦਸਤਗੀਰ ਪਤਾ ਦਿੱਤਾ ਹੈ। ਦਸਤਗੀਰ ਖਿਤਾਬ ਸੀ ਅਬਦੁਲ ਕਾਦਰ ਜਿਲਾਨੀ ਦਾ। ਇਸ ਦੇ ਕਹਿੰਦੇ ਹਨ 100 ਦੇ ਲਗਭਗ ਨਾਮ ਸਨ। ਭਾਈ ਗੁਰਦਾਸ ਜੀ ਦਸਤਗੀਰ ਕਹਿ ਕੇ ਉਸ ਗੱਦੀ ਤੇ ਇਸ ਵੇਲੇ ਦੇ ਪੀਰ ਵੱਲ ਇਸ਼ਾਰਾ ਕਰ ਰਹੇ ਹਨ।
ਇਹ ਗੱਦੀ ਹੁਣ ਤੱਕ ਬਗਦਾਦ ਵਿੱਚ ਹੈ। ਭਾਈ ਮਨੀ ਸਿੰਘ ਜੀ ਦੀ ਸਾਖੀ ਵਿੱਚ ਇਸ ਬਾਂਗ ਦੀ ਜੋ ਗੁਰੂ ਬਾਬੇ ਨੇ ਦਿੱਤੀ ਸੀ, ਇਹ ਇਬਾਰਤ ਦੱਸੀ ਹੈ, ਗੁਰਬਰ ਅਕਾਲ ਸਤਿ ਸ੍ਰੀ ਅਕਾਲ, ਚਿਤ ਚਰਨ ਨਾਮ, ਕਰ ਕਰ ਪ੍ਰਣਾਮ, ਪ੍ਰਭੂ ਕਿਰਪਾਲ ਜੋ ਸਰਬ ਜੀਵਾ। ਇਸ ਬਾਰੇ ਵਿੱਚ ਬਾਹਰਲੀ ਖੋਜ ਵਾਲੇ ਖਿਆਲ ਕਰਦੇ ਹਾਂ ਸਾਨੂੰ 1920-22 ਦੇ ਲਗਭਗ ਸਵੀਡਨ ਨਾਰਵੇ ਵਿੱਚ ਵਸਦੇ ਸੰਨਿਆਸੀ ਸ੍ਰੀ ਆਨੰਦਾਚਾਰਿਆ ਜੀ ਰਚਿਤ ਕਵਿਤਾ ਦੀ ਕਿਤਾਬ ਸਨੋ ਬਰਡਜ਼ ਨਾਮੇ ਮਿਲੀ। ਇਸ ਵਿੱਚ ਇੱਕ ਕਵਿਤਾ ਲਿਖੀ ਹੈ ਜੋ ਉਹ ਲਿਖਦੇ ਹਨ ਕਿ ਬਗਦਾਦ ਸ਼ਹਿਰ ਦੇ ਬਾਰ-ਬਾਰ ਇੱਕ ਮੰਦਰ ਵਿੱਚ 912 ਹਿਜਰੀ ਦੇ ਇੱਕ ਅਰਬੀ ਖੁਤਬੇ ਇਨਸਕ੍ਰਿਪਸ਼ਨ ਨੂੰ ਪੜ੍ਹ ਕੇ ਅਸੀਂ ਲਿਖੀ ਹੈ। ਉਹ ਇੰਗਲਿਸ਼ ਵਿੱਚ ਹੈ, ਜਿਸ ਦਾ ਤਰਜੁਮਾ ਇਉਂ ਹੈ ਕਿ ਇੱਥੇ ਬਚਨ ਕੀਤੇ ਹਿੰਦੂ ਫਕੀਰ ਗੁਰੂ ਨਾਨਕ ਨੇ ਫਕੀਰ ਬਹਿਲੋਲ ਨਾਲ, ਅਤੇ ਇਹ 60 ਸਿਆਲੇ ਜਦ ਤੋਂ ਸ੍ਰੀ ਗੁਰੂ ਜੀ ਈਰਾਨ ਤੋਂ ਵਾਪਸ ਚਲੇ ਗਏ, ਬਹਿਲੋਲ ਦੀ ਰੂਹ ਮਾਲਕ ਭਾਵ ਗੁਰੂ ਨਾਨਕ ਦੇ ਵਚਨਾਂ ਤੇ ਟਿਕੀ ਰਹੀ, ਜਿਵੇਂ ਮਧੂ ਭਰੇ ਪਉ ਪ੍ਰਕਾਸ਼ ਨਾਲ ਚਮਕੇ ਗੁਲਾਬ ਉੱਤੇ ਸ਼ਹਿਦ ਦੀ ਮੱਖੀ ਟਿਕੀ ਹੁੰਦੀ ਹੈ। ਬਹਿਲੋਲ ਦਾਨਾ ਦੀ ਗੱਦੀ ਦਾ ਜਾਨਸ਼ੀਨ ਸੀ, ਪਰ ਇਹ ਕੋਈ ਹੋਰ ਬਹਿਲੋਲ ਹੋਣਾ ਵਧੇਰੇ ਅਗਲਬ ਹੈ। ਇਸ ਵਿਸ਼ੇ ਪਰ ਵਧੇਰੇ ਖੋਜ ਦੀ ਲੋੜ ਹੈ। ਉਸ ਥਾਂ ਦੀ ਵੀ ਕਿ ਜਿੱਥੇ ਬੈਠ ਕੇ ਇਸ ਨਾਲ ਬਚਨ ਹੋਏ ਤੇ ਖੁਤਬਾ ਲੱਗਾ। ਖਾਲਸਾ ਸਮਾਚਾਰ 4 ਜੁਲਾਈ 1918 ਵਿੱਚ ਲਿਖਿਆ ਹੈ ਕਿ ਚੀਫ ਖਾਲਸਾ ਦੀਵਾਨ ਵੱਲੋਂ ਘੱਲਿਆ ਜਾ ਕੇ ਭਾਈ ਕਰਮ ਸਿੰਘ ਜੀ ਹਿਸਟੋਰੀਅਨ ਨੇ ਲੜਾਈ ਤੋਂ ਪਹਿਲਾਂ ਬਗਦਾਦ ਨੂੰ ਦੇਖਿਆ ਸੀ। ਉਸਨੇ ਅਬਦੁਲ ਕਾਦਰ ਜਿਲਾਨੀ ਦੇ ਦਰਵਾਜ਼ੇ ਤੋਂ ਬਾਹਰ ਜੋ ਸ਼ਹਿਰ ਤੋਂ ਉੱਤਰ ਚੜ੍ਹਦੇ ਵੱਲ ਹੈ, ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਰਿਹਾਇਸ਼ ਰੱਖੀ ਸੀ, ਦਾ ਪਤਾ ਦਿੱਤਾ ਸੀ। ਇਸ ਤੋਂ ਖਿਆਲ ਆਉਂਦਾ ਹੈ ਕਿ ਪੀਰ ਦਸਤਗੀਰ ਦੇ ਟਿਕਾਣੇ ਗੁਰੂ ਜੀ ਦੀ ਯਾਦਗਾਰ ਹੋ ਸੀ, ਪਰ ਉਹ ਦੱਸਦੇ ਸਨ ਕਿ ਉੱਥੇ ਗੈਰ ਮੁਸਲਿਮ ਨੂੰ ਜਾਣੇ ਦੀ ਆਗਿਆ ਨਹੀਂ ਹੈ। ਉਹ ਜ਼ਬਾਨੀ ਕਿਹਾ ਕਰਦੇ ਸਨ ਕਿ ਕਿਸੇ ਹੋਰ ਥਾਵੇਂ ਉਹਨਾਂ ਨੇ ਪੀਰ ਹਿੰਦੀ ਦਾ ਹੋਰ ਟਿਕਾਣਾ ਤੇ ਉੱਥੇ ਚਿਰਾਗ ਜਲਾਏ ਜਾਂਦੇ ਵੀ ਡਿੱਠੇ ਸਨ ਤੇ ਪੀਰ ਹਿੰਦੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਸਨ। ਹੁਣ ਬਗਦਾਦ ਤੋਂ ਪਤਾ ਕਰਨ ਤੇ ਸਾਨੂੰ ਇੱਕ ਹੋਰ ਸੁਧ ਆਈ ਹੈ ਕਿ ਸ਼ਹਿਰੋਂ ਪੱਛੋਂ ਮੀਲ ਕੋ ਦੀ ਵਿੱਥ ਤੇ ਰੇਲਵੇ ਲਾਈਨ ਬਗਦਾਦ ਸਾਮਰਾ ਰੇਲਵੇ ਦੇ ਲਾਗੇ ਇੱਕ ਨਿਸ਼ਾਨ ਅਜੇ ਤੱਕ ਕਾਇਮ ਹੈ। ਉੱਥੇ ਇੱਕ ਚਾਰ ਦੀਵਾਰੀ ਹੈ, ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਯਾਦਗਾਰੀ ਥੜਾ ਹੈ, ਜਿਸ ਦੇ ਅੰਦਰ ਕੰਧ ਵਿੱਚ ਇੱਕ ਖੁਤਬਾ ਹੈ। ਉਸ ਚਾਰ ਦੀਵਾਰੀ ਦੀ ਸ਼ਕਲ ਪਿਛਲੇ ਪੰਨੇ ਪਰ ਦਿੱਤੀ ਗਈ ਹੈ। ਇਸ ਵਿੱਚ ਲੱਗੇ ਖੁਤਬੇ ਦੀਆਂ ਫੋਟੋਆਂ ਕਈ ਸੱਜਣ ਲਿਆਏ ਹਨ ਜੋ ਠੀਕ ਪੜ੍ਹੀਆਂ ਨਹੀਂ ਜਾਂਦੀਆਂ। ਅਸਾਂ ਨੇ ਇਸ ਦੀ ਤਾਜ਼ੀ ਫੋਟੋ ਤੇ ਨਕਲ ਬਗਦਾਦ ਤੋਂ ਮੰਗਵਾਈ ਹੈ, ਜੋ ਰਲੀ ਹੋਈ ਤੁਰਕੀ ਤੇ ਅਰਬੀ ਜ਼ਬਾਨ ਵਿੱਚ ਹੈ। ਉਸ ਦੀ ਫੋਟੋ ਸਾਹਮਣੇ ਵੱਖਰੇ ਪੰਨੇ ਤੇ ਛਾਪੀ ਜਾ ਰਹੀ ਹੈ। ਇਸ ਦੇ ਅੱਖਰ ਇਉਂ ਪੜ੍ਹੇ ਜਾਂਦੇ ਹਨ: ਕੋਰਲਾ ਮੁਰਾਦ ਐਲ ਦੀ ਹਜ਼ਰਤ ਤੇ ਰਬੀ ਮਜੀਦ ਬਾਬਾ ਨਾਨਕ ਫਕੀਰ ਔਲਾ ਨਾ ਕੇ ਇਮਾਰਤ ਜਦੀਦ यदीलर इमदाद एदवब किल्दी के तारीखना याबदी नवाब अजर यराबी मुरीद सईद सन 917 हिजरी। इसका उर्दू तर्जमा यूँ है कि जब मुराद ने देखी गिरी हुई हज़रत रब मजीद बाबा नानक औलिए अल्लाह की इमारत तो नई अपने हाथों की मदद से बनाई ताकि तारीख के तौर पर पुश्त दर पुश्त कायम रहे और उनके नेक बख्त मुरीद का स्वाब जारी रहे। सन 917। इस तर्जमे पर भी कुछ राय का फर्क है। सन जो खुतबे विच है वो 917 हिजरी पढ़िया जाता है। एक के विच रत्ता टेढ़ होने करके वो 927 हिजरी भी ख्याल पै जाता है। श्री आनंदाचार्य ने जो खुतबा पढ़िया वो अरबी का दसदे हैं ते उस विच उन्हां समत 912 पढ़िया है। शक पैंदा है कि स्वामी जी ने सन 912 गलत पढ़िया है, सन 917 या 927 टुकेगा। अजे तक पता नहीं लगा कि खुतबा किथे है या किते ढह डिग पिया है। श्री गुरु नानक देव जी की उम्र 912 हिजरी विच 36, 917 हिजरी विच 41, 927 हिजरी विच 51 साल दी सी। इस खुतबे का चाओ अर्थ कोई ठीक होवे ते किवें होवे, एक बाहरली उगाई मिल गई कि श्री गुरु नानक देव जी उत्थे जरूर गए हैं और उत्थे मुसलमानी केंद्र विच जिथे हिंदू का नाम लेना सौखा नहीं, उत्थे आपने इतनी कदर पाई कि उन्हां लई यादगार बनाई गई।
ਫਿਰ ਉੱਥੇ ਉਹਨਾਂ ਦਾ ਸਤਿਕਾਰ ਇਤਨਾ ਸੀ ਕਿ ਉਸ ਇਮਾਰਤ ਦੇ ਕਿਸੇ ਕਾਰਨ ਮਿਸਮਾਰ ਹੋ ਜਾਣ ਤੇ ਮੁਰਾਦ ਨੇ ਦੁਬਾਰਾ ਯਾਦਗਾਰ ਖੜੀ ਕੀਤੀ ਔਰ ਐਸਾ ਕਰਨ ਨੂੰ ਉਸਨੇ ਪੁੰਨ ਮੰਨਿਆ ਤੇ ਪੁਸ਼ਤ ਦਰ ਪੁਸ਼ਤ ਇਸ ਯਾਦਗਾਰ ਦੀ ਕਾਇਮੀ ਨੂੰ ਉਸਨੇ ਆਪਣੇ ਧਨ ਭਾਗ ਸਮਝਿਆ। ਮੁਸਲਮਾਨੀ ਦੀਨ ਦੇ ਮਰਕਜ਼ ਵਿੱਚ 5 ਸਦੀਆਂ ਇਸ ਯਾਦਗਾਰ ਦਾ ਕਾਇਮ ਰਹਿਣਾ ਸਤਿਗੁਰੂ ਜੀ ਦੇ ਉੱਥੇ ਜਾਣ ਔਰ ਅਲੌਕਿਕ ਸਤਿਕਾਰ ਪ੍ਰਾਪਤ ਕਰਨ ਦੀ ਉਗਾਈ ਪਰ ਰਿਹਾ ਹੈ। ਸਾਡੇ ਲਈ ਤਾਂ ਭਾਈ ਗੁਰਦਾਸ ਜੀ ਦੀ ਉਗਾਈ ਕਾਫੀ ਹੈ। ਇਹ ਅਸਾਂ ਬਾਹਰਲੇ ਸਬੂਤ ਦਿਖਾਏ ਹਨ ਜੋ ਮਿਲੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।